गुड मॉर्निंग स्टूडेंट्स। टुडे वी विल रीड चैप्टर 16 प्रॉब्लम ऑफ पॉवर्टी। हाँ जी, आप बचपन से ही पढ़ रहे हो पॉवर्टी है ना, गरीबी। क्या होती है गरीबी? हाँ जी, गरीबी एक सापेक्ष शब्द है, मतलब रिलेटिव टर्म है ना, कि एक परसन का या एक ग्रुप ऑफ परसनस का दूसरे ग्रुप ऑफ परसनस नाल कंपैरिजन करना। जिमें देखो साल 2011-12 ਵਿੱਚ गरीबी रेखा ਨੂੰ NSSO नैशनल सैंपल सर्वे ऑर्गेनाइजेशन ਇਹਨਾਂ ਦਾ 68th ਰਾਊਂਡ ਸੀਗਾ। ਉਹਦੇ ਵਿੱਚ ਇਹਨਾਂ ਨੇ ਮਤਲਬ ਕੀ ਡਿਫਾਈਨ ਕੀਤਾ ਵੀ, ਮਤਲਬ ਜੋ ਵੀ ਉਸ ਟਾਈਮ ਦੇ ਹੈ ਨਾ ਪ੍ਰਾਈਸਿਸ ਸੀ ਉਹਦੇ ਅਕੋਰਡਿੰਗ ਪਿੰਡਾਂ ਦੇ ਵਿੱਚ 816 ਰੁਪਏ ਪ੍ਰਤੀ ਵਿਅਕਤੀ ਔਰ ਸ਼ਹਿਰਾਂ ਵਿੱਚ 1000 ਰੁਪਏ ਪ੍ਰਤੀ ਵਿਅਕਤੀ। ਅਗਰ ਕੋਈ ਪਰਸਨ ਆਪਣੇ ਉੱਪਰ ਇੰਨਾ ਵੀ ਖਰਚ ਨਹੀਂ ਕਰ ਪਾ ਰਿਹਾ ਤਾਂ ਉਹ ਗਰੀਬ ਹੈ। ਠੀਕ ਹੈ। ਹੁਣ ਗਰੀਬੀ ਦੇ ਅਰਥ ਦੋ ਤਰ੍ਹਾਂ ਦੇ ਨੇ। ਇੱਕ ਹੁੰਦੀ ਹੈ ਐਬਸੋਲਿਊਟ ਪੋਵਰਟੀ। ਐਬਸੋਲਿਊਟ ਪੋਵਰਟੀ ਹੁੰਦੀ ਹੈ ਵੀ ਜਿਵੇਂ ਇੱਕ ਦੇਸ਼ ਨੇ ਕੋਈ ਕ੍ਰਾਈਟੇਰੀਆ ਫਿਕਸ ਕਰ ਲਿਆ। ਉਹ ਕ੍ਰਾਈਟੇਰੀਆ ਦੇਖੋ ਦੋ ਤਰੀਕੇ ਦਾ ਹੋ ਸਕਦਾ, ਜਿਵੇਂ ਕੈਲਰੀ ਕ੍ਰਾਈਟੇਰੀਆ ਹੋ ਸਕਦਾ ਕਿ ਜਿਵੇਂ ਕਹਿ ਰਹੇ ਨੇ 2400 ਕੈਲਰੀਜ਼। ਅਗਰ ਇੱਕ ਪਰਸਨ ਨੂੰ ਪਰ ਡੇ 2400 ਕੈਲਰੀਜ਼ ਖਾਣ ਲਈ ਨਹੀਂ ਮਿਲ ਰਹੀਆਂ, ਉਹ ਤੋਂ ਘੱਟ ਮਿਲ ਰਹੀਆਂ ਨੇ, ਤਾਂ ਉਹ ਗਰੀਬ ਹੈ। ਠੀਕ ਹੈ। ਦੂਸਰਾ ਹੋ ਸਕਦਾ ਮਿਨੀਮਮ ਕੰਜ਼ੰਪਸ਼ਨ ਕ੍ਰਾਈਟੇਰੀਆ। ਮਿਨੀਮਮ ਕੰਜ਼ੰਪਸ਼ਨ ਕ੍ਰਾਈਟੇਰੀਆ ਦੇ ਵਿੱਚ ਖਰਚਾ ਫਿਕਸ ਕਰਤਾ, ਮਤਲਬ ਅਲੱਗ-ਅਲੱਗ ਟਾਈਮ 'ਤੇ ਇਹ ਚੇਂਜ ਹੁੰਦਾ ਰਹਿੰਦਾ। ਹੁਣ ਜਿਵੇਂ 2011-12 ਦੀ ਕੀਮਤਾਂ 'ਤੇ 1000 ਰੁਪਏ ਪ੍ਰਤੀ ਵਿਅਕਤੀ ਸ਼ਹਿਰਾਂ ਦੇ ਵਿੱਚ, 816 ਰੁਪਏ ਪ੍ਰਤੀ ਵਿਅਕਤੀ ਪਿੰਡਾਂ ਦੇ ਵਿੱਚ। ਜਿਹੜੇ ਪਰਸਨ ਆਪਣੇ ਉੱਪਰ ਇੰਨਾ ਰੁਪਏ ਇੱਕ ਮਹੀਨੇ ਦੇ ਨਹੀਂ ਖਰਚ ਕਰ ਪਾਉਂਦੇ, ਉਹ ਕੀ ਨੇ? ਗਰੀਬ। ਇੱਕ ਹੁੰਦੀ ਹੈ ਰਿਲੇਟਿਵ ਪੋਵਰਟੀ। ਇਹਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਇੱਕ ਗਰੁੱਪ ਆਫ ਪਰਸਨਸ ਦਾ ਦੂਸਰੇ ਨਾਲ। ਹੋ ਸਕਦਾ ਹੈ ਇੰਡੀਆ ਦੇ ਵਿੱਚ ਮਤਲਬ ਬਹੁਤ ਸਾਰੇ ਲੋਕ ਰਿਚ ਨੇ, ਪਰ ਜਦੋਂ ਉਹਨਾਂ ਦਾ ਕੈਨੇਡੀਅਨਸ ਦੇ ਨਾਲ ਆਪਾਂ ਕੰਪੈਰੀਜ਼ਨ ਕਰਾਂਗੇ ਤਾਂ ਉਹਨਾਂ ਦੀ ਜੋ ਇਨਕਮ ਹੈ ਕੈਨੇਡੀਅਨਸ ਤੋਂ ਘੱਟ ਹੋਊਗੀ, ਤਾਂ ਆਪਾਂ ਉਹਨਾਂ ਨੂੰ ਕੀ ਕਹਿ ਸਕਦੇ ਹਾਂ? ਰਿਲੇਟਿਵਲੀ ਪੂਅਰ। ਹਾਂਜੀ, ਜੋ ਇਹ ਟੇਬਲ ਬਣਿਆ ਹੋਇਆ ਇਹਦੇ ਵਿੱਚ ਇਹੀ ਦਿਖਾਇਆ ਹੋਇਆ, ਪਰ ਕੈਪੀਟਾ ਇਨਕਮ ਡਾਲਰਸ ਦੇ ਵਿੱਚ ਦਿਖਾਈ ਹੋਈ ਹੈ, ਤਾਂ ਤੁਸੀਂ ਰਿਲੇਟਿਵਲੀ ਪੂਅਰ ਦੇਖ ਸਕਦੇ ਹੋ। ਪੋਵਰਟੀ ਲਾਈਨ ਕੀ ਹੁੰਦੀ ਹੈ? ਇਹ ਇੱਕ ਕੱਟ ਆਫ ਪੁਆਇੰਟ ਹੁੰਦਾ ਹੈਗਾ, ਹੈ ਨਾ, ਜੋ ਮਤਲਬ ਪਰਸਨਸ ਨੂੰ ਦੋ ਗਰੁੱਪਸ ਦੇ ਵਿੱਚ ਡਿਵਾਈਡ ਕਰ ਦਿੰਦਾ ਹੈਗਾ। ਇੱਕ ਉਸ ਤੋਂ ਉੱਪਰ ਹੋਣਗੇ ਅਬਵ ਪੋਵਰਟੀ ਲਾਈਨ, ਜੋ ਗਰੀਬ ਨਹੀਂ ਹੈਗੇ। ਇੱਕ ਉਸ ਪੁਆਇੰਟ ਤੋਂ ਨੀਚੇ ਹੋਣਗੇ ਬਿਲੋ ਪੋਵਰਟੀ ਲਾਈਨ। ਹਾਂਜੀ, ਇੰਡੀਆ ਦੇ ਵਿੱਚ ਭਾਰਤ ਵਿੱਚ ਗਰੀਬੀ ਰੇਖਾ ਦਾ ਨਿਰਧਾਰਨ ਕਿਵੇਂ ਫਿਕਸ ਕੀਤਾ ਜਾਂਦਾ ਹੈ? ਇੱਕ ਤੁਸੀਂ ਨਾਮ ਯਾਦ ਰੱਖਣਾ, ਗੌਡ ਗਿੱਲ। 1962 ਦੇ ਵਿੱਚ ਫੇਮਸ ਇਕੋਨੋਮਿਸਟ ਗੌਡ ਗਿੱਲ, ਡਾਕਟਰ DN ਗਾਂਗੁਲੀ, ਲੋਕਨਾਥਨ, ਇਹਨਾਂ ਨੇ ਮਤਲਬ ਗਰੁੱਪ ਦੇ ਵਿੱਚ ਕੰਮ ਕੀਤਾ ਸੀਗਾ। ਇਹਨਾਂ ਨੇ ਪੋਵਰਟੀ ਲਾਈਨ ਫਿਕਸੇਸ਼ਨ ਲਈ ਇਹੀ ਆਪਾਂ ਨੂੰ ਨੋਰਮਸ ਦੱਸੇ ਸੀਗੇ ਉਸ ਟਾਈਮ ਦੇ, ਮਤਲਬ ਕੀਮਤਾਂ ਦੇ ਅਕੋਰਡਿੰਗ ਕਿ 20 ਰੁਪਏ ਪ੍ਰਤੀ ਮਹੀਨਾ ਜਾਂ 25 ਰੁਪਏ ਪ੍ਰਤੀ ਮਹੀਨਾ। ਲੇਕਿਨ ਅੱਜ ਕੱਲ੍ਹ ਇਹ ਕੰਮ ਕੌਣ ਕਰਦਾ? NSSO ਕਰਦਾ। ਠੀਕ ਹੈ। ਉਸ ਤੋਂ ਬਾਅਦ ਬੇਸਿਕ ਨੀਡਸ ਅਪਰੋਚ ਆਫ ਡਿਫਾਈਨਿੰਗ ਪੋਵਰਟੀ। ਬੇਸਿਕ ਨੀਡਸ ਤੁਸੀਂ ਸਮਝਦੇ ਹੀ ਹੋ। ਹਾਂਜੀ, ਯੂਨੀਸੈਫ ਰਿਪੋਰਟ ਦੇ ਅਨੁਸਾਰ ਅਸਲ ਵਿੱਚ ਸਰਕਾਰ ਦੁਆਰਾ ਪਰਿਭਾਸ਼ਿਤ ਗਰੀਬੀ ਰੇਖਾ ਭੁੱਖਮਰੀ ਰੇਖਾ ਹੈ। ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਵਿਅਕਤੀ ਜ਼ਰੂਰੀ ਮਾਤਰਾ ਵਿੱਚ ਖਾਦਾਨ ਪਦਾਰਥ ਵੀ ਨਹੀਂ ਖਰੀਦ ਸਕਦੇ, ਮਤਲਬ ਜੋ ਉਹਨਾਂ ਦੀ ਆਧਾਰਭੂਤ ਲੋੜਾਂ ਨੇ ਸ਼ਾਇਦ ਉਹ ਵੀ ਪੂਰੀਆਂ ਨਹੀਂ ਹੋ ਰਹੀਆਂ ਹੁੰਦੀਆਂ ਹੈਗੀਆਂ, ਇਹ ਦੱਸਿਆ ਜਾਂਦਾ। ਉਸ ਤੋਂ ਬਾਅਦ ਟਰੈਂਡਸ ਇਨ ਪੋਵਰਟੀ ਲਾਈਨ, ਕਿ ਮਤਲਬ ਕਿੱਦਾਂ ਦਾ ਟਰੈਂਡ ਰਿਹਾ ਹੈ ਨਾ। ਗਰੀਬ ਵਿਅਕਤੀਆਂ ਦੀ ਸੰਖਿਆ ਅਤੇ ਇਹਨਾਂ ਦਾ ਕੁੱਲ ਜਨਸੰਖਿਆ ਵਿੱਚ ਪ੍ਰਤੀਸ਼ਤ ਹਿੱਸਾ ਵੀ ਇਹ ਵਧਿਆ ਜਾਂ ਘਟਿਆ। 1973-74 ਵਿੱਚ ਜਿਵੇਂ ਦੇਖੋ ਟੋਟਲ 25 ਕਰੋੜ ਗਰੀਬ ਸੀਗੇ ਔਰ ਇਹ ਟੋਟਲ ਪੋਪੂਲੇਸ਼ਨ ਦਾ 54% ਬਣਦੇ ਸੀ। 2011-12 ਦੇ ਵਿੱਚ ਦੇਸ਼ ਦੇ ਵਿੱਚ 26.93, ਮਤਲਬ ਆਲਮੋਸਟ 27 ਕਰੋੜ ਗਰੀਬ ਨੇ, ਪਰ ਇਹ ਟੋਟਲ ਪੋਪੂਲੇਸ਼ਨ ਦੀ ਪਰਸੈਂਟੇਜ ਕਿੰਨੀ ਬਣਦੀ ਹੈ, ਕਿੰਨਾ ਪਾਰਟ ਬਣਦੇ ਨੇ? 21.9। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਕਿਉਂਕਿ ਇਹ ਕਰੰਟ ਡਾਟਾ ਹੈਗਾ ਹੁਣ ਆਪਣਾ। ਠੀਕ ਹੈ। ਉਸ ਤੋਂ ਬਾਅਦ ਕੀ ਦੱਸਿਆ ਹੋਇਆ? ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਜਨਸੰਖਿਆ ਦਾ ਪ੍ਰਤੀਸ਼ਤ, ਕਿ ਰੂਰਲ ਅਰਬਨ ਦੇ ਵਿੱਚ 2011-12 ਦਾ ਲੇਟੈਸਟ ਯਾਦ ਰੱਖ ਲਿਓ। ਰੂਰਲ ਦੇ ਵਿੱਚ 25.7, ਅਰਬਨ ਦੇ ਵਿੱਚ 13.7% ਗਰੀਬ ਨੇ। ਔਰ ਅਗਰ ਐਵਰੇਜ ਦੇਖੀਏ, ਹੁਣੀ ਤੁਹਾਨੂੰ ਦੱਸ ਕੇ ਚੁੱਕੇ ਹਾਂ 21.9%। ਹਾਂਜੀ, ਉਸ ਤੋਂ ਬਾਅਦ ਕੀ ਦਿੱਤਾ ਹੋਇਆ? ਇੰਟਰਸਟੇਟ ਕੰਪੈਰੀਜ਼ਨ ਆਫ ਪੋਪੂਲੇਸ਼ਨ ਬਿਲੋ ਪੋਵਰਟੀ ਲਾਈਨ, ਕਿ ਮਤਲਬ ਇੰਡੀਆ ਦੀਆਂ ਜੋ ਅਲੱਗ-ਅਲੱਗ ਸਟੇਟਸ ਨੇਗੀਆਂ ਉਹਨਾਂ ਦਾ ਕੰਪੈਰੀਜ਼ਨ ਦਿੱਤਾ ਹੋਇਆ। ਕਿਸੇ ਸਟੇਟ ਦੇ ਵਿੱਚ ਪੋਵਰਟੀ ਜ਼ਿਆਦਾ ਹੈਗੀ, ਕਿਸੇ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈਗੀ। ਜਿਵੇਂ ਦੇਖੋ ਹਾਈਐਸਟ 'ਤੇ ਛੱਤੀਸਗੜ੍ਹ ਹੈ। ਛੱਤੀਸਗੜ੍ਹ ਦੇ ਵਿੱਚ ਟੋਟਲ ਪੋਵਰਟੀ 39.9, ਆਲਮੋਸਟ 40% ਹੈ। ਉਸ ਤੋਂ ਬਾਅਦ ਪੰਜਾਬ ਦੀ ਗੱਲ ਕਰੀਏ ਤਾਂ 8.3% ਹੈ। ਠੀਕ ਹੈ। ਪੰਜਾਬ ਦਾ ਤੁਸੀਂ ਡੈਫੀਨੇਟਲੀ ਯਾਦ ਰੱਖਣਾ। ਹਰਿਆਣਾ ਦਾ ਵੀ ਰੱਖ ਲਿਓ 11.2%। ਓਵਰਆਲ ਇੰਡੀਆ ਦੀ ਕਿੰਨੀ ਹੈ? 21.9%। ਹਾਂਜੀ, ਉਸ ਤੋਂ ਬਾਅਦ ਇੰਟਰਨੈਸ਼ਨਲ ਕੰਪੈਰੀਜ਼ਨ ਦਿੱਤਾ ਹੋਇਆ ਹੈਗਾ। ਇਹ ਤੁਸੀਂ ਯਾਦ ਰੱਖਣਾ ਤਾਂ ਰੱਖ ਵੀ ਸਕਦੇ ਹੋ, ਨਹੀਂ ਵੀ ਕੋਈ ਇੰਨੀ ਜ਼ਰੂਰਤ। ਕੋਜ਼ਿਜ਼ ਆਫ ਪੋਵਰਟੀ ਬਹੁਤ ਸਿੰਪਲ ਜਿਹੇ ਰੀਜ਼ਨਸ ਨੇ। ਪੋਪੂਲੇਸ਼ਨ ਵੱਧ ਰਹੀ ਹੈ, ਪ੍ਰਾਈਸਿਸ ਵੱਧ ਰਹੇ ਨੇ, ਨੈਸ਼ਨਲ ਇਨਕਮ ਘੱਟ ਹੈ, ਇਕਨੋਮਿਕ ਗਰੋਥ ਕਾਫੀ ਸਲੋ ਹੈ, ਕਰੋਨਿਕ ਅਨਇੰਪਲੋਇਮੈਂਟ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਰੂਰਲ ਇਕੋਨਮੀ, ਲੋਕ ਪਿੰਡਾਂ ਦੇ ਵਿੱਚ ਖੇਤੀਬਾੜੀ 'ਚ ਲੱਗੇ ਹੋਏ ਨੇ, ਕੈਪੀਟਲ ਡੈਫੀਸ਼ੈਂਸੀ, ਮਤਲਬ ਪੂੰਜੀ ਦੀ ਆਪਣੇ ਦੇਸ਼ 'ਚ ਬਹੁਤ ਜ਼ਿਆਦਾ ਕਮੀ ਹੈ ਨਾ।
एबल एंड एफिशिएंट एंटरप्रेन्योर्स की कमी है, इंडस्ट्रियलाइजेशन नहीं हो पाया, सोशल इंस्टीट्यूशनस पुराने हले भी संस्थावां पुराने रीति रिवाजिस नूं आपां मंनदे आ, नैचुरल रिसोर्सिस दा फुल यूटिलाइजेशन नहीं हुंदा, डेवलप्ड मीनस ऑफ ट्रांसपोर्ट अपने पास नहीं हैगे, डिस्ट्रीब्यूशन ऑफ इनकम सही नहीं हैगी, अमीरां कोल पैसा ज़्यादा है वो होर अमीर होई जा रहे हैं, नैचुरल कैलमिटीज़ कोविड करके देख लो हुण ये सारी चीज़ां भी गरीबी लैके आंदियां ने, करप्शन बहुत ज़्यादा रिस्पोंसिबल है, पूअर वर्क कल्चर असीं सिर्फ थोड़े घंटे ही काम करना पसंद करते हैं, टैक्नीकल एजुकेशन की भी इत्थे बहुत ज़्यादा कमी है। उस तो बाद पॉवर्टी एलिविएशन प्रोग्राम्स, गौरमेंट ने कई तरह के इंपलॉयमेंट जनरेशन प्रोग्राम्स ठीक है प्रोडक्टिव एसेट्स या होर प्रोग्राम्स अपनाए ने, जिमें इंपलॉयमेंट जनरेशन ਲਈ स्वर्ण जयंती ग्राम रोज़गार योजना है, इनू सारिਆਂ ਨੂੰ पढ़ के सिर्फ तुसीं मेन की याद रखना है जिमें 75 ते 25% सॉरी रेशियो गिवन है ना, या फिर इस ये किन्ने ਜ਼ਿਲ੍ਹਿਆਂ ਦੇ ਵਿੱਚ कदों लागू की गई सी, मेन ਇਹਦਾ ਕੀ ਸੀ सैल्फ हैल्प ग्रुप्स ਨੂੰ प्रमोट करना है ना। ਐਵੇਂ संपूर्ण ग्रामीण रोज़गार योजना, ग्रामीण तो ही पता लगता भी पेंडू खेतरां ਦੇ ਵਿੱਚ मतलब ज़्यादा इंपलॉयमेंट प्रोवाइड करन ਲਈ ਸੀ ਇਹ ਸਾਰੇ ਉਹ ਕਰਨ ਦੀ ਲੋੜ नहीं। नैशनल फूड फॉर वर्क प्रोग्राम ਇਹ 2004 ਦੇ ਵਿੱਚ 150 ਜ਼ਿਲ੍ਹਿਆਂ ਦੇ ਵਿੱਚ मतलब शुरू ਕੀਤਾ ਗਿਆ ਸੀਗਾ कि ਕੰਮ ਦੇ ਬਦਲੇ ਉਹਨਾਂ ਨੂੰ ਅਨਾਜ ਵਗੈਰਾ ਦਿੱਤਾ ਜਾਂਦਾ ਸੀ। ਸਮੋਲ ਐਂਡ ਕਾਟੇਜ ਇੰਡਸਟਰੀਜ਼ ਨੂੰ ਡਿਵੈਲਪ ਕੀਤਾ ਗਿਆ, ठीक है। प्राइम मिनिस्टर रोज़गार योजना, स्वर्ण जयंती, शहरी मतलब थोड़ा थोड़ा इन्होंने बारे एक दो पॉइंट तुसीं याद रखना। नरेगा स्कीम काफ़ी इंपॉर्टेंट है। महात्मा गांधी नैशनल रूरल इंपलॉयमेंट गारंटी एक्ट ये की है, जो टोटली बेरोज़गार होंगे ने उन्होंने साल के 100 दिन काम दिता जाऊगा, कुछ भी काम करवाया जाए ताकि उन्होंने मतलब रोज़गार मिल सके, है ना। उस तो बाद दूसरे प्रोग्राम्स आ गए, एक्विजिशन ऑफ प्रोडक्टिव एसेट्स, ये देखो 3 प्रोग्राम दिते हुए ने, जिमें कंसैशनल लोन्स कि घट रेट ते लोन दिते जाते थे उन्होंने कि छोटे छोटे इंडस्ट्रीज़ वो शुरू कर सकन। अदर प्रोग्राम दे विच मिनीमम नीड्स प्रोग्राम आ गया कि जो मिनीमम नीड्स ने है ना इंसान दियां, जिवें एजुकेशन वगैरह, चाइल्ड एजुकेशन, हैल्थ नूं लैके वो दित्तियां जांदियां ने। 20 पॉइंट प्रोग्राम ये ना 20 पॉइंट सीगे, मतलब मेन उन्हां विचों कि मिनीमम वेजिज एक्ट वगैरह है ना, रहन लई घर वगैरह ये सी। अन्नपूर्णा अन्न नूं लैके तुसीं सोच ही सकते होगे, ठीक है, कि जो सीनियर सिटीजनस हैं उन्होंने अगर जिन्होंने मतलब पेंशन भी नहीं मिलती तो अन्न देना, ऐदा ही दिते हुए नेगे, ठीक है। बहुत सारिया नेगियां ये योजनावां, इन्हां विचों बस तुसीं इन्हां विचों जस्ट 5 यानी 4 और 5 करनियां ने, ठीक है। देखो नैक्सट एक ये टॉपिक सीगा इवैल्यूएशन ऑफ पॉवर्टी एलिवेशन प्रोग्राम, वो तुसी खुद उन्होंने पढ़ के मतलब अपनी लैंगुएज विच लिख के मैनू सेंड करने हैं, ठीक है। इवैल्यूएशन की है, उस बाद सजैशनस नेगे कि आप पॉवर्टी नूं किवें दूर कर सकते हैं, ग्रोथ रेट नूं वधा के, एग्रीकल्चर नूं डिवेलप करके, है ना, और प्रोडक्शन ऑफ गुड्स वधा के, प्राइसिस नूं स्टेबल रख के, पॉपूलेशन दे उपर कंट्रोल करके, इंपलॉयमेंट दे विच वाधा करके, टैक्नीक ऑफ प्रोडक्शन नूं चेंज करके, इनकम डिस्ट्रीब्यूशन नूं सही बना के, पब्लिक डिस्ट्रीब्यूशन सिस्टम है जिहड़ा अपना मतलब बहुत करप्ट है, इनू सही करके, मिनीमम नीड्स पूरियां करके, प्रोडक्टिविटी वधा के, सब कुछ ये बहुत सारे ने, मतलब यानी 8-9 पॉइंट्स अच्छी तरह कर लियो, ठीक है। उस तो बाद पॉवर्टी एलिवेशन ते 11वें प्लान कि 11वें प्लान की कुछ किया गया, स्मॉल एंटरप्राइजिज़ नूं इनकरेज किया गया, इंपलॉयमेंट वधाया गया, इंकलूसिव ग्रोथ की हर सैक्टर नूं इंकलूड करके चलना आपां, है ना, उस चीज़ नूं आपां नाल लैके चले। प्रमोटिंग हैल्थ एंड एजुकेशन, सोशल सिक्योरिटी स्कीम्स, भारत निर्माण प्रोग्राम, इरीगेशन के उपर जोर देना, मतलब ये 11वें प्लान के अपने कुछ पॉइंट्स रहे। उस तो बाद एक तेंदुलकर कमेटी आई सी, ठीक है, इन्हों ने की किया सीगा, कैलरी नॉर्म्स लगा लो या उंज 2004-5 दे विच इन्हों ने कहा सी भी मतलब उस टाइम की कीमत के अकॉर्डिंग 368 रुपये प्रति व्यक्ति महीना, पिंडां विच शहरां विच 559 कि इन्ना खर्च होना चाहिए। 2009 दे विच दोबारा इन्होंने अपनी रिपोर्ट पेश की, सिर्फ कैलरीज़ नूं कंसीडर नहीं किया, इन्होंने कहा भी जो हैल्थ एजुकेशन या कपड़ा ये भी इंकलूडिड होने चाहिए ने, ठीक है। तो मतलब इन्होंने जो मिनीमम सी 368 उन्होंने वधा के 447, 559 नूं वधा के 579 करता सी कि मतलब वो ज़्यादा होना चाहिए खर्चा। फिर 2011 बाद तो पता ही है महंगाई वधी जा रही है तो डाटा भी चेंज हो रहा है। देखो इस तो बाद एक होर मतलब कमेटी आई सी सक्सेना कमेटी,
ਥੋੜ੍ਹਾ ਜਿਹਾ ਹੀ ਦਿੱਤਾ ਹੋਇਆ, ਉਹ ਤੁਸੀਂ ਪੜ੍ਹ ਕੇ ਉਹ ਵੀ ਮੈਨੂੰ ਆਪਣੇ ਵਰਡਸ ਦੇ ਵਿੱਚ ਲਿਖ ਕੇ ਭੇਜਣਾ। ਤਾਂ ਤੁਹਾਨੂੰ ਹੋਮਵਰਕ ਦੇ ਵਿੱਚ 2 ਚੀਜ਼ਾਂ ਮਿਲ ਰਹੀਆਂ ਨੇ, ਇੱਕ ਤਾਂ ਇਵੈਲੂਏਸ਼ਨ ਤੁਸੀਂ ਖੁਦ ਪੜ੍ਹ ਕੇ ਮਤਲਬ ਸ਼ੋਰਟ ਦੇ ਵਿੱਚ ਲਿਖ ਕੇ ਇੱਕ ਇਹ ਮੈਨੂੰ ਸੈਂਡ ਕਰਨਾ, ਤਾਂ ਕਿ ਮੈਨੂੰ ਪਤਾ ਚੱਲੇ ਵੀ ਤੁਸੀਂ ਆਪਣਾ ਲੈਕਚਰ ਅਟੈਂਡ ਕੀਤਾ ਜਾਂ ਨਹੀਂ।